ਇੱਕ ਪੁਲਿਸ ਆਫੀਸਰ ਨੇ ਦੇਹ ਵਪਾਰ ਦੇ ਅੱਡੇ ਤੇ ਜਦੋਂ ਆਪਣੀ ਹੀ ਪਤਨੀ ਨੂੰ ਵੇਖਿਆ ਤੇ ਉਸ ਦੇ ਹੋਸ਼ ਉੱਡ ਗਏ। ਦਰਅਸਲ ਉਸ ਏਰੀਏ ਦੇ ਵਿੱਚ ਦੇਹ ਵਪਾਰ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਪੁਲਿਸ ਡਿਪਾਰਟਮੈਂਟ ਕੋਲ ਖੁਫੀਆ ਤੌਰ ਤੇ ਆਉਂਦੀਆਂ ਸੀ। ਜਿਸ ਆਫੀਸਰ ਦੀ ਡਿਊਟੀ ਲੱਗੀ ਸੀ ਉਹ ਆਫੀਸਰ ਦਿਨ ਰਾਤ ਇਸ ਤਾਕ ਵਿੱਚ ਰਹਿੰਦਾ ਕਿ ਮੈਂ ਕਿਤੇ ਨਾ ਕਿਤੇ ਇਹਨਾਂ ਦੇ ਅੱਡੇ ਦੇ ਉੱਪਰ ਰੇਡ ਕਰਾਂ ਔਰ ਇਹ ਲੋਕ ਮੇਰੇ ਕੋਲ ਰੰਗੇ ਹੱਥੀ ਪਕੜੇ ਜਾਣ। ਪਰ ਕੁਝ ਪੁਲਿਸ ਆਫੀਸਰ ਇਹਨਾਂ ਲੋਕਾਂ ਦੇ ਕੋਲੋਂ ਜੋ ਦੇਹ ਵਪਾਰ ਦਾ ਅੱਡਾ ਚਲਾਉਂਦੇ ਸਨ ਉਹਨਾਂ ਦੇ ਕੋਲੋਂ ਗੁਪਤ ਤੌਰ ਤੇ ਪੈਸੇ ਲੈਂਦੇ ਸਨ ਔਰ ਜਦੋਂ ਕਿ ਰੇਡ ਦਾ ਮਨਸੂਬਾ ਬਣਦਾ ਤਾਂ ਉਸ ਵੇਲਾ ਹੀ ਇਹ ਲੋਕ ਉਹਨਾਂ ਨੂੰ ਸੁਚੇਤ ਕਰ ਦਿੰਦੇ। ਕਈ ਦਿਨ ਬੀਤ ਗਏ ਔਰ ਵੱਡੇ ਅਫਸਰ ਜਿਹੜੇ ਸੀ ਇਸ ਅਫਸਰ ਦੇ ਉੱਪਰ ਪ੍ਰੈਸ਼ਰ ਬਣਾ ਰਹੇ ਸੀ ਕਿ ਆਖਰ ਤੂੰ ਰੇਡ ਮਾਰਨ ਵਿੱਚ ਸਫਲ ਕਿਉਂ ਨਹੀਂ ਹੁੰਦਾ। ਉਸ ਨੂੰ ਕੀ ਪਤਾ ਸੀ ਕਿ ਮੇਰੀ ਰੇਡ ਤੋਂ ਪਹਿਲਾਂ ਹੀ ਉਹਨਾਂ ਨੂੰ ਕੋਈ ਗੁਪਤ ਸੂਚਨਾ ਦੇ ਦਿੰਦਾ ਹੈ। ਆਖਰਕਾਰ ਉਹੀ ਹੁੰਦਾ ਹੈ ਜਿਸ ਦਾ ਉਸ ਨੂੰ ਡਰ ਹੁੰਦਾ ਹੈ। ਲੇਕਿਨ ਇਸ ਸਿਲਸਿਲੇ ਨੂੰ ਲੈ ਕੇ ਉਹ ਅਕਸਰ ਪਰੇਸ਼ਾਨ ਰਹਿੰਦਾ। ਪਰਿਵਾਰਿਕ ਮੈਂਬਰਾਂ ਦੇ ਵਿੱਚ ਵੀ ਉਹਦਾ ਚਿੜਚਿੜਾਪਨ ਰਹਿੰਦਾ ਹੈ। ਪਤਨੀ ਦੇ ਨਾਲ ਵੀ ਜ਼ਿਆਦਾ ਅੱਛੇ ਸੰਬੰਧ ਉਹਦੇ ਨਹੀਂ ਰਹਿੰਦੇ। ਹੌਲੀ ਹੌਲੀ ਉਹ ਇਸ ਕਦਰ ਡਿਸਟਰਬ ਹੋ ਜਾਂਦਾ ਕਿ ਉਸ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਰਾਂ ਤੇ ਕੀ ਕਰਾਂ। ਲੇਕਿਨ ਦੋਸਤੋ ਪਤਨੀ ਹੁਣ ਉਸ ਦੀ ਮਜਬੂਰੀ ਜਾਣਦੀ ਸੀ ਕਿ ਦਰਅਸਲ ਜਿਸ ਆਫੀਸਰ ਵੱਲੋਂ ਇਹਨਾਂ ਦੀ ਡਿਊਟੀ ਲਗਾਈ ਗਈ ਹੈ ਉਸ ਦਾ ਪ੍ਰੈਸ਼ਰ ਬਣਿਆ ਹੋਇਆ ਹੈ ਇਸ ਦੇ ਉੱਪਰ ਕਿ ਤੂੰ ਰੇਡ ਮਾਰਨ ਵਿੱਚ ਸਫਲ ਕਿਉਂ ਨਹੀਂ ਹੁੰਦਾ। ਲੇਕਿਨ ਵਿੱਚੋਂ ਜਿਹੜੇ ਆਫੀਸਰ ਇਹਨਾਂ ਲੋਕਾਂ ਨਾਲ ਮਿਲੇ ਹੁੰਦੇ ਨੇ ਉਹ ਇਹਨਾਂ ਨੂੰ ਸੂਹ ਦੇ ਦਿੰਦੇ ਨੇ ਕਿ ਦਰਅਸਲ ਅਸੀਂ ਲੋਕ ਤੁਹਾਡੇ ਹਮਾਇਤੀ ਹਾਂ, ਤੁਸੀਂ ਸਾਨੂੰ ਪੈਸੇ ਦਿਓ, ਅਸੀਂ ਤੁਹਾਨੂੰ ਰੇਡ ਤੋਂ ਪਹਿਲਾਂ ਹੀ ਭਜਾ ਦਿਆ ਕਰਾਂਗੇ। ਇਹ ਪਤਨੀ ਜਾਣਦੀ ਸੀ, ਜਾਣਦੇ ਆਫੀਸਰ ਵੀ ਸੀਗੇ ਪਰ ਡਾਇਰੈਕਟ ਕਿਸੇ ਨੂੰ ਗੱਲਬਾਤ ਨਹੀਂ ਸੀ ਕਰ ਸਕਦੇ। ਉਸ ਰਾਤ ਕੀ ਹੋਇਆ ਕਿ ਇਸ ਆਫੀਸਰ ਨੇ ਮਨਸੂਬਾ ਬਣਾਇਆ ਕਿ ਅੱਜ ਕਿਸੇ ਨਾ ਕਿਸੇ ਤਰ੍ਹਾਂ ਗਾਹਕ ਬਣ ਕੇ ਮੈਂ ਵੀ ਉੱਥੇ ਜਾਵਾਂਗਾ। ਪਰ ਪਤਾ ਨਹੀਂ ਇਸ ਦੀ ਵੀ ਕਿਸ ਨੂੰ ਸੂਹ ਮਿਲ ਗਈ ਔਰ ਉਹਨਾਂ ਨੇ ਖਬਰ ਦੇ ਦਿੱਤੀ ਕਿ ਅੱਜ ਰਾਤ ਰੇਡ ਹੋ ਸਕਦੀ ਹੈ। ਉਹਦੇ ਵਿੱਚ ਵੀ ਅਸਫਲ ਰਿਹਾ। ਇੱਕ ਦਿਨ ਸੱਚਮੁੱਚ ਉਸਨੇ ਬੜੇ ਪੁਲਿਸ ਆਫੀਸਰ ਦੇ ਨਾਲ ਗੱਲਬਾਤ ਕੀਤੀ, ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਕਿ ਇਸ ਤਰ੍ਹਾਂ ਹੋ ਸਕਦਾ ਹੈ। ਤਾਂ ਆਫੀਸਰ ਨੇ ਕਿਹਾ ਕਿ ਠੀਕ ਹੈ, ਤੇਰੀ ਜਿਹੜੀ ਸਫਲਤਾ ਤੈਨੂੰ ਨਹੀਂ ਮਿਲ ਰਹੀ, ਮੈਂ ਤੇਰਾ ਸਾਥ ਦੇਵਾਂਗਾ। ਪੁਲਿਸ ਆਫੀਸਰ ਦੀ ਸਾਥ ਦੇਣ ਦੀ ਬਜਾਏ ਉਸ ਅੱਡੇ ਤੇ ਜਦੋਂ ਸਾਰਾ ਕੁਝ ਵੇਖਿਆ ਕਿ ਮੋਟੀ ਕਮਾਈ ਹੈ, ਉਹ ਪੁਲਿਸ ਆਫੀਸਰ ਵੀ ਵਿਕ ਜਾਂਦਾ ਹੈ। ਔਰ ਇਹ ਨਹੀਂ ਹੈ ਕਿ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਾਵੇਂ ਕਿਸੇ ਵੀ ਸਟੇਟ ਦੀ ਪੁਲਿਸ ਡਿਪਾਰਟਮੈਂਟ ਕਿਉਂ ਨਾ ਹੋਵੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਆਫੀਸਰ ਵੀ ਹੁੰਦੇ ਨੇ, ਉਹ ਵੀ ਸ਼ਖਸ ਵਿਕ ਜਾਂਦਾ ਹੈ। ਪਤਨੀ ਦੇ ਨਾਲ ਹੁਣ ਬਿਲਕੁਲ ਪੁਲਿਸ ਆਫੀਸਰ ਦੇ ਸੰਬੰਧ ਖਤਮ ਹੋ ਚੁੱਕੇ ਨੇ। ਹੁਣ ਪਤਨੀ ਚਾਹੁੰਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਇਸ ਜਿਹੜਾ ਮਨਸੂਬਾ ਹੈ ਮੇਰੇ ਪਤੀ ਦਾ ਉਸ ਦੇ ਵਿੱਚ ਕਿਤੇ ਨਾ ਕਿਤੇ ਸਾਥ ਦੇਵਾਂ। ਤਾਂ ਇੱਕ ਦਿਨ ਉਹ ਵੀ ਉਸ ਅੱਡੇ ਦੇ ਉੱਪਰ ਪਹੁੰਚ ਜਾਂਦੀ ਹੈ ਜਿਸ ਅੱਡੇ ਦੇ ਉੱਪਰ ਇਹ ਧੰਦਾ ਚੱਲ ਰਿਹਾ ਹੁੰਦਾ ਹੈ। ਦੋਸਤੋ ਉਹ ਅੱਡੇ ਤੇ ਪਹੁੰਚਦੀ ਹੈ ਔਰ ਪਤੀ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਮੇਰੀ ਪਤਨੀ ਇਸ ਵੇਲੇ ਗਈ ਕਿੱਥੇ ਹੈ। ਉਹ ਸ਼ਾਲ ਦੀ ਬੁੱਕਲ ਮਾਰ ਕੇ ਆਪਣੀ ਪਤਨੀ ਦੇ ਪਿੱਛੇ ਚਲੇ ਜਾਂਦਾ ਹੈ ਔਰ ਜਦੋਂ ਪਤਨੀ ਦੇ ਪਿੱਛੇ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਉਸ ਜਗ੍ਹਾ ਵੱਲ ਹੀ ਜਾ ਰਹੀ ਹੈ ਜਿਸ ਜਗ੍ਹਾ ਦੇਹ ਵਪਾਰ ਦਾ ਅੱਡਾ ਹੈ। ਉਹ ਐਂਟਰ ਹੁੰਦੀ ਹੈ, ਪਤੀ ਪਿੱਛੇ ਲੁਕਿਆ ਹੁੰਦਾ ਹੈ। ਜਦੋਂ ਪਤੀ ਪਿੱਛੇ ਲੁਕਿਆ ਹੁੰਦਾ ਹੈ ਉਹ ਦਰਵਾਜ਼ਾ ਖੋਲਦੀ ਹੈ ਔਰ ਉਸ ਦੇ ਅੰਦਰ ਐਂਟਰ ਕਰ ਜਾਂਦੀ ਹੈ। ਔਰ ਜਦੋਂ ਪਤੀ ਵੀ ਉਸ ਦਰਵਾਜ਼ੇ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਵੇਖਦਾ ਹੈ ਕਿ ਉੱਥੇ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੁੰਦਾ ਹੈ ਔਰ ਆਪਣੀ ਪਤਨੀ ਨੂੰ ਵੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਨੇ। ਉਸਨੇ ਆਪਣੀ ਪਤਨੀ ਤੋਂ ਪੁੱਛਿਆ ਕਿ ਤੂੰ ਇੱਥੇ ਕੀ ਕਰਦੀ ਆ। ਉਸ ਦੀ ਪਤਨੀ ਨੇ ਕਿਹਾ ਕਿ ਮੈਂ ਤੁਹਾਡੇ ਪਿਛਲੇ 3-4 ਮਹੀਨਿਆਂ ਤੋਂ ਜਿਹੜੀ ਟੈਨਸ਼ਨ ਵੇਖ ਰਹੀ ਹਾਂ, ਅੱਜ ਉਸ ਦਾ ਫਲ ਤੁਹਾਨੂੰ ਮਿਲ ਚੁੱਕਾ ਹੈ। ਇਹ ਹੈ ਉਹ ਦੇਹ ਵਪਾਰ ਦਾ ਅੱਡਾ। ਕਿਉਂਕਿ ਆਫੀਸਰ ਲੋਕ ਜਿਹੜੇ ਨੇ ਉਹ ਇਹਨਾਂ ਤੱਕ ਇਨਫੋਰਮੇਸ਼ਨ ਪਹੁੰਚਾ ਦਿੰਦੇ ਸੀ, ਤੁਸੀਂ ਆਪਣੀ ਰੇਡ ਵਿੱਚ ਅਸਫਲ ਹੋ ਜਾਂਦੇ ਸੀ। ਔਰ ਦੇਹ ਵਪਾਰ ਦੇ ਅੱਡੇ ਤੇ ਆਪਣੀ ਪਤਨੀ ਨੂੰ ਵੇਖ ਕੇ ਆਫੀਸਰ ਦੇ ਹੋਸ਼ ਉੱਡ ਜਾਂਦੇ ਨੇ ਔਰ ਆਪਣੀ ਪਤਨੀ ਦਾ ਥੈਂਕਸ ਕਰਦਾ ਹੈ ਕਿ ਤੂੰ ਮੇਰੀ ਸਫਲਤਾ ਦੇ ਵਿੱਚ ਸੱਚਮੁੱਚ ਇੱਕ ਅਹਿਮ ਯੋਗਦਾਨ ਪਾਇਆ ਹੈ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ।
ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ